ਸਾਦਤ ਹਸਨ ਮੰਟੋ ਰੇਖਾ ਚਿੱਤਰ ਹੈ ਨਰਗਿਸ ਦਾ। ਅਰਸਾ ਹੋਇਆ ਨਵਾਬ ਛਤਾਰੀ ਦੀ ਸਾਹਿਬਜ਼ਾਦੀ ਤਸਨੀਮ ਮਿਸਿਸ ਤਸਨੀਮ ਸਲੀਮ ਨੇ ਮੈਨੂੰ ਇੱਕ ਚਿੱਠੀ ਲਿਖੀ ਸੀ। ਤਾਂ ਕੀ ਖਿਆਲ ਹੈ ਤੁਹਾਡਾ ਆਪਣੇ ਭਣਵੱਈਏ ਦੇ ਬਾਰੇ? ਉਹ ਜੋ ਅੰਦਾਜ਼ਾ ਤੁਹਾਡੇ ਵੱਲੋਂ ਲਗਾ ਕੇ ਮੁੜੇ ਹਨ ਅਤੇ ਮੈਨੂੰ ਆਪਣੇ ਲਈ ਖੁਸ਼ੀ ਨਾਲ ਹੀ ਮਰ ਜਾਣ ਦਾ ਸੰਸਾ ਹੁੰਦਾ ਜਾਂਦਾ ਹੈ। ਹੁਣ ਮੈਂ ਤੁਹਾਨੂੰ ਵਿਸਥਾਰ ਨਾਲ ਦੱਸਦੀ ਹਾਂ ਕਿ ਇਹ ਹਜ਼ਰਤ ਮੈਨੂੰ ਤੁਹਾਡੇ ਨਾਮ ਨਾਲ ਛੇੜਿਆ ਕਰਦੇ ਸਨ ਅਤੇ ਇਹਨਾਂ ਦਾ ਖਿਆਲ ਸੀ ਕਿ ਜਦੋਂ ਮੇਰੇ ਅਣਡਿੱਠੇ ਭਰਾ ਨੂੰ ਮਿਲਣਗੇ ਅਤੇ ਪਤਾ ਨਹੀਂ ਕੀ ਬੇਵਕੂਫੀਆਂ ਹੋਣਗੀਆਂ ਅਤੇ ਮੈਨੂੰ ਸ਼ਰਮਿੰਦਗੀ ਹੋਏਗੀ ਅਤੇ ਆਪ ਪਰਸੋਂ ਦੇ ਬਜ਼ਿੱਦ ਹਨ ਕਿ ਬੰਬੇ ਚੱਲ ਕੇ ਮੰਟੋ ਨੂੰ ਮਿਲੋ। ਬਹੁਤ ਦਿਲਚਸਪ ਆਦਮੀ ਹਨ ਅਤੇ ਇਸ ਤਰ੍ਹਾਂ ਕਹਿੰਦੇ ਹਨ ਭਾਵ ਮੰਟੋ ਮੇਰੀ ਬਜਾਏ ਉਹਨਾਂ ਦਾ ਭਰਾ ਹੈ ਅਤੇ ਮੈਂ ਹਮੇਸ਼ਾ ਤੋਂ ਕਹਿੰਦੀ ਸੀ ਕਿ ਵੇਖਣਾ ਇਹ ਹਜ਼ਰਤ ਕਿਵੇਂ ਨਿਕਲਦੇ ਹਨ। ਜ਼ਬਰਦਸਤੀ ਤਾਂ ਮੁਲਾਇਜ਼ਾ ਕਰੋ, ਫਿਰ ਵੀ ਬਹੁਤ ਖੁਸ਼ ਹਨ ਕਿ ਮੇਰੀ ਚੋਣ ਬਹੁਤ ਚੰਗੀ ਰਹੀ। ਸਾਡੇ ਮਾਨਯੋਗ ਭਾਈ ਭਾਵ ਇਬਨ ਭਾਈ ਸਲੀਮ ਤਾਂ ਪਹਿਲਾਂ ਹੀ ਪਹੁੰਚ ਗਏ ਸਨ ਅਤੇ ਉਹਨਾਂ ਨੇ ਸਭ ਤੋਂ ਪਹਿਲਾਂ ਇਹੀ ਗੱਲ ਦੱਸੀ ਕਿ ਉਹ ਤੁਹਾਤੋਂ ਨਿਆਜ਼ ਹਾਸਲ ਕਰਕੇ ਆਏ ਹਨ। ਨਰਗਿਸ ਦਾ ਜ਼ਿਕਰ ਜਾਣਬੁੱਝ ਕੇ ਗੋਲ ਕਰਕੇ ਬਾਕੀ ਸਭ ਵਿਸਥਾਰ ਨਾਲ ਦੱਸ ਦਿੱਤਾ ਅਤੇ ਫਿਰ ਜਦੋਂ ਸਲੀਮ ਆਏ ਤਾਂ ਉਹਨਾਂ ਨੇ ਨਾ ਸਿਰਫ ਮੱਥੇ ਰਗੜਨ ਦੀ ਕਹਾਣੀ ਦੱਸੀ ਸਗੋਂ ਤੁਹਾਡੀ ਅਤੇ ਨਕਸ਼ਬ ਦੀ ਜੰਗ ਦਾ ਵਾਕਿਆ ਵੀ ਦਿਲਚਸਪੀ ਨਾਲ ਬਿਆਨ ਕੀਤਾ। ਇਸ ਸਿਲਸਿਲੇ 'ਚ ਸਲੀਮ ਮਾਫੀ ਦੇ ਚਾਹਵਾਨ ਹਨ। ਦੁਬਾਰਾ ਜੱਦਨ ਬਾਈ ਦੇ ਕੋਲ ਜਾਣ ਲਈ ਉਕਸਾਉਣ ਵਾਲੇ ਸ਼ਮਸ਼ਾਦ ਭਰਾ ਵਗੈਰਾ ਸਨ ਅਤੇ ਉਹਨਾਂ ਤੋਂ ਸੰਭਵ ਹੁੰਦਾ ਤਾਂ ਤੁਹਾਡੇ ਤੋਂ ਇਲਾਵਾ ਨਾ ਜਾਂਦੇ ਅਤੇ ਇਹ ਤਾਂ ਤੁਸੀਂ ਵੀ ਜਾਣਦੇ ਹੋ ਸਲੀਮ ਨੂੰ ਜੇਕਰ ਇਸ਼ਕ ਹੋਇਆ ਤਾਂ ਲੈਲਾ ਚੈਟਨਿਸ ਨਾਲ, ਨਹੀਂ ਤਾਂ ਅਜਿਹੀ ਬੁਰੀ ਨਜ਼ਰ ਵੀ ਨਹੀਂ। ਮੈਂ ਬਹੁਤ ਰੁੱਝਾ ਹੋਇਆ ਸਾਂ ਜਦੋਂ ਸਲੀਮ ਮੇਰੇ ਕੋਲ ਆਏ। ਉਹਨਾਂ ਨਾਲ ਮੇਰੀ ਪਹਿਲੀ ਮੁਲਾਕਾਤ ਸੀ ਅਤੇ ਬਕੌਲ ਤਸਨੀਮ ਦੇ ਉਹ ਮੇਰੇ ਭਣਵੱਈਏ ਸਨ। ਇਸ ਲਈ ਉਹਨਾਂ ਦੀ ਖਾਤਰਦਾਰੀ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਘਰ 'ਚ ਜੋ ਹਾਜ਼ਰ ਸੀ ਉਹਨਾਂ ਨੂੰ ਅਤੇ ਉਹਨਾਂ ਦੇ ਸੰਗੀਆਂ ਸਾਥੀਆਂ ਦੀ ਸੇਵਾ 'ਚ ਪੇਸ਼ ਕਰ ਦਿੱਤਾ। ਫਿਲਮ ਨਾਲ ਸੰਬੰਧਿਤ ਲੋਕਾਂ ਦੇ ਕੋਲ ਇੱਕ ਤੋਹਫੇ ਦੀ ਚੀਜ਼ ਸ਼ੂਟਿੰਗ ਹੁੰਦੀ ਹੈ, ਇਸ ਲਈ ਉਹ ਵੀ ਉਹਨਾਂ ਨੂੰ ਸ਼੍ਰੀ ਸਾਊਂਡ ਸਟੂਡੀਓ 'ਚ ਵਿਖਾ ਦਿੱਤੀ ਗਈ। ਸ਼ਾਇਦ ਫੂਲ ਸੀ ਜਿਹਨੂੰ ਡਾਇਰੈਕਟਰ ਧਨਸੂ ਯਾਨੀ ਆਸਿਫ ਬਣਾ ਰਿਹਾ ਸੀ। ਸਲੀਮ ਅਤੇ ਉਹਨਾਂ ਦੇ ਸਾਥੀਆਂ ਨੂੰ ਜ਼ਾਹਰੀ ਤੌਰ 'ਤੇ ਸੰਤੁਸ਼ਟ ਹੋ ਜਾਣਾ ਚਾਹੀਦਾ ਸੀ, ਪਰ ਅਜਿਹਾ ਜਾਪਦਾ ਹੈ ਕਿ ਉਹ ਆਪਣਾ ਪ੍ਰੋਗਰਾਮ ਬਣਾ ਕੇ ਬੰਬੇ ਪਹੁੰਚੇ ਸਨ। ਸਲੀਮ ਨੇ ਚਰਚਾ ਦੇ ਤੌਰ 'ਤੇ ਮੈਨੂੰ ਪੁੱਛਿਆ, ਕਿਉਂ ਸਾਹਿਬ ਨਰਗਿਸ ਕਿੱਥੇ ਹੁੰਦੀ ਹੈ ਅੱਜ ਕੱਲ੍ਹ? ਮੈਂ ਮਖੌਲ ਨਾਲ ਕਿਹਾ ਆਪਣੀ ਮਾਂ ਦੇ ਕੋਲ, ਅਤੇ ਮੇਰਾ ਮਖੌਲ ਅਸੁਭਾਵਕ ਮੌਤ ਦੀ ਗੋਦ 'ਚ ਚਲਿਆ ਗਿਆ। ਜਦੋਂ ਮੇਰੇ ਮਹਿਮਾਨਾਂ 'ਚੋਂ ਇੱਕ ਨੇ ਬੜੀ ਨਵਾਬੀ ਸਾਦਗੀ ਲੋਈ ਨਾਲ ਕਿਹਾ, ਜੱਦਨ ਬਾਈ ਦੇ ਕੋਲ? ਜੀ ਹਾਂ। ਸਲੀਮ ਨੇ ਪੁੱਛਿਆ, ਕੀ ਉਸ ਨਾਲ ਮੁਲਾਕਾਤ ਹੋ ਸਕਦੀ ਹੈ? ਮੇਰਾ ਇਹ ਮਤਲਬ ਹੈ ਕਿ ਮੇਰੇ ਇਹ ਦੋਸਤ ਉਹਨੂੰ ਵੇਖਣ ਦੇ ਬਹੁਤ ਚਾਹਵਾਨ ਹਨ। ਕੀ ਤੁਸੀਂ ਉਹਨੂੰ ਜਾਣਦੇ ਹੋ? ਮੈਂ ਜਵਾਬ ਦਿੱਤਾ, ਜਾਣਦਾ ਪਰ ਮਾਮੂਲੀ ਜਿਹਾ। ਇੱਕ ਸਾਹਿਬ ਨੇ ਬੜੇ ਸਲੀਕੇਮਈ ਅੰਦਾਜ਼ 'ਚ ਸਵਾਲ ਕੀਤਾ, ਕਿਉਂ? ਇਸ ਲਈ ਕਿ ਉਹਨੂੰ ਅਤੇ ਮੈਨੂੰ ਹਾਲੇ ਤੱਕ ਕਿਸੇ ਫਿਲਮ 'ਚ ਇਕੱਠੇ ਕਰਨ ਦਾ ਮੌਕਾ ਨਹੀਂ ਮਿਲਿਆ। ਸਲੀਮ ਨੇ ਇਹ ਸੁਣ ਕੇ ਕਿਹਾ, ਤਾਂ ਛੱਡੋ, ਅਸੀਂ ਤੁਹਾਨੂੰ ਐਵੇਂ ਤਕਲੀਫ ਨਹੀਂ ਦੇਣਾ ਚਾਹੁੰਦੇ, ਪਰ ਮੈਂ ਖੁਦ ਨਰਗਿਸ ਦੇ ਜਾਣਾ ਚਾਹੁੰਦਾ ਸੀ। ਕਈ ਵਾਰ ਇਰਾਦਾ ਕੀਤਾ ਸੀ ਪਰ ਇਕੱਲਾ ਜਾਣਾ ਮੈਨੂੰ ਪਸੰਦ ਨਹੀਂ ਸੀ। ਸਾਥ ਮਿਲਦਾ ਤਾਂ ਸੀ ਪਰ ਬਹੁਤ ਹੀ ਬੇਹੂਦਾ, ਯਾਨੀ ਅੱਖਾਂ ਫਾੜ ਕੇ ਘੂਰਨ ਵਾਲਾ। ਹੁਣ ਮੌਕਾ ਸੀ, ਆਦਮੀ ਭੋਲੇ ਭਾਲੇ ਸਨ। ਮਹਿਜ਼ ਆਯਾਸ਼ੀ ਵਜੋਂ ਨਰਗਿਸ ਨੂੰ ਇੱਕ ਨਜ਼ਰ ਵੇਖਣਾ ਚਾਹੁੰਦੇ ਸਨ ਤਾਂ ਕਿ ਵਾਪਸ ਆਪਣੀਆਂ ਜਗੀਰਾਂ ਅਤੇ ਰਿਆਸਤਾਂ 'ਚ ਜਾ ਕੇ ਆਪਣੇ ਦੋਸਤਾਂ ਅਤੇ ਸੰਗੀਆਂ ਸਾਥੀਆਂ ਨੂੰ ਮਸ਼ਹੂਰ ਫਿਲਮ ਸਟਾਰ ਨਰਗਿਸ ਦੇ ਅੱਖੀਂ ਡਿੱਠੇ ਹਾਲਾਤ ਸੁਣਾਉਣ। ਇਸ ਲਈ ਮੈਂ ਸਲੀਮ ਨੂੰ ਕਿਹਾ, ਤਕਲੀਫ ਦੀ ਕੋਈ ਗੱਲ ਨਹੀਂ, ਚੱਲਦੇ ਹਾਂ, ਸੰਭਵ ਹੈ ਮੁਲਾਕਾਤ ਹੋ ਜਾਏ। ਮੈਂ ਨਰਗਿਸ ਨੂੰ ਕਿਉਂ ਮਿਲਣਾ ਚਾਹੁੰਦਾ ਸੀ? ਬੰਬੇ 'ਚ ਇੰਨੀਆਂ ਐਕਟਰਸਾਂ ਸਨ ਜਿਨ੍ਹਾਂ ਦੇ ਮੈਂ ਜਦੋਂ ਚਾਹੁੰਦਾ ਆ ਜਾ ਸਕਦਾ ਸਾਂ, ਪਰ ਖ਼ਾਸ ਤੌਰ ਉੱਤੇ ਨਰਗਿਸ ਨੂੰ ਮਿਲਣ ਦਾ ਮਤਲਬ ਕੀ ਸੀ? ਮੇਰਾ ਖਿਆਲ ਹੈ ਇਹਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਦਿਲਚਸਪ ਵਾਕਿਆ ਸੁਣਾ ਦੇਵਾਂ। ਮੈਂ ਫਿਲਮਿਸਤਾਨ 'ਚ ਮੁਲਾਜ਼ਮ ਸੀ। ਸਵੇਰੇ ਜਾਂਦਾ, ਸ਼ਾਮ ਨੂੰ 8 ਦੇ ਕਰੀਬ ਪਰਤਦਾ। ਇੱਕ ਦਿਨ ਇਤਫਾਕ ਨਾਲ ਵਾਪਸੀ ਜਲਦੀ ਹੋਈ, ਯਾਨੀ ਮੈਂ ਦੁਪਹਿਰ ਦੇ ਕਰੀਬ ਘਰ ਪਹੁੰਚ ਗਿਆ। ਅੰਦਰ ਦਾਖਲ ਹੋਇਆ, ਸਾਰਾ ਮਾਹੌਲ ਕੰਬਦਾ ਨਜ਼ਰ ਆਇਆ, ਜਿਵੇਂ ਕੋਈ ਸਾਜ਼ ਦੇ ਤਾਰ ਛੇੜ ਕੇ ਆਪ ਲੁਕ ਗਿਆ। ਡਰੈਸਿੰਗ ਟੇਬਲ ਦੇ ਕੋਲ ਮੇਰੀਆਂ 2 ਸਾਲੀਆਂ ਖੜੀਆਂ ਵੇਖਣ ਨੂੰ ਤਾਂ ਆਪਣੇ ਵਾਲ ਵਾਹ ਰਹੀਆਂ ਸਨ, ਪਰ ਉਹਨਾਂ ਦੀਆਂ ਉਂਗਲੀਆਂ ਹਵਾ 'ਚ ਚੱਲ ਰਹੀਆਂ ਸਨ। ਬੁੱਲ੍ਹ ਦੋਵਾਂ ਦੇ ਫੜਫੜਾ ਰਹੇ ਸਨ ਪਰ ਆਵਾਜ਼ ਨਹੀਂ ਨਿਕਲਦੀ ਸੀ। ਦੋਵੇਂ ਮਿਲ ਜੁਲ ਕੇ ਘਬਰਾਹਟ ਦੀ ਅਜਿਹੀ ਤਸਵੀਰ ਪੇਸ਼ ਕਰ ਰਹੀਆਂ ਸਨ ਜੋ ਆਪਣੀ ਘਬਰਾਹਟ ਛਿਪਾਉਣ ਦੀ ਖਾਤਰ ਬੇਮਤਲਬ ਦੁਪੱਟਾ ਲੈਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਨਾਲ ਵਾਲੇ ਕਮਰੇ ਦੇ ਦਰਵਾਜ਼ੇ ਦਾ ਪਰਦਾ ਅੰਦਰ ਵੱਲ
ਦੱਬਿਆ ਹੋਇਆ ਸੀ। ਮੈਂ ਸੋਫੇ 'ਤੇ ਬੈਠ ਗਿਆ। ਦੋਵਾਂ ਭੈਣਾਂ ਨੇ ਇੱਕ ਦੂਜੇ ਵੱਲ ਕਸੂਰਵਾਰ ਨਿਗਾਹਾਂ ਨਾਲ ਵੇਖਿਆ ਤੇ ਸਹਿਜੇ ਸਹਿਜੇ ਘੁਸਰ-ਮੁਸਰ ਕੀਤੀ। ਫਿਰ ਦੋਵਾਂ ਨੇ ਇਕੱਠਿਆਂ ਕਿਹਾ, ਭਾਜੀ ਸਲਾਮ। ਵਾਲੈਕਮ ਸਲਾਮ। ਮੈਂ ਗੌਰ ਨਾਲ ਉਹਨਾਂ ਵੱਲ ਵੇਖਿਆ। ਕੀ ਗੱਲ ਹੈ? ਮੈਂ ਸੋਚਿਆ ਵੀ ਸਭ ਇਕੱਠੀਆਂ ਹੋ ਕੇ ਸਿਨੇਮਾ ਜਾ ਰਹੀਆਂ। ਦੋਵਾਂ ਨੇ ਮੇਰਾ ਸਵਾਲ ਸੁਣ ਕੇ ਫਿਰ ਘੁਸਰ-ਮੁਸਰ ਕੀਤੀ, ਫਿਰ ਇੱਕਦਮ ਖਿੜਖੜਾ ਕੇ ਹੱਸੀਆਂ ਤੇ ਦੂਜੇ ਕਮਰੇ 'ਚ ਭੱਜ ਗਈਆਂ। ਮੈਂ ਸੋਚਿਆ ਵੀ ਸ਼ਾਇਦ ਉਹਨਾਂ ਨੇ ਆਪਣੀ ਕਿਸੇ ਸਹੇਲੀ ਨੂੰ ਬੁਲਾਇਆ ਹੈ, ਉਹ ਆਉਣ ਵਾਲੀ ਹੈ ਤੇ ਹਾਲਾਂਕਿ ਮੈਂ ਅਚਾਨਕ ਛੇਤੀ ਚਲਿਆ ਆਇਆ, ਇਸ ਲਈ ਉਹਨਾਂ ਦਾ ਪ੍ਰੋਗਰਾਮ ਅਸਤ-ਵਿਅਸਤ ਹੋ ਗਿਆ। ਦੂਜੇ ਕਮਰੇ 'ਚ ਕੁਝ ਦੇਰ ਤੱਕ 3 ਭੈਣਾਂ 'ਚ ਘੁਸਰ-ਮੁਸਰ ਹੁੰਦੀ ਰਹੀ। ਦੱਬੇ ਹਾਸੇ ਦੀਆਂ ਆਵਾਜ਼ਾਂ ਵੀ ਆਉਂਦੀਆਂ ਰਹੀਆਂ। ਇਸ ਤੋਂ ਬਾਅਦ ਸਭ ਤੋਂ ਵੱਡੀ ਭੈਣ ਯਾਨੀ ਮੇਰੀ ਪਤਨੀ ਜ਼ਾਹਿਰਾ ਤੌਰ 'ਤੇ ਆਪਣੀਆਂ ਭੈਣਾਂ ਨੂੰ ਸੰਬੋਧਿਤ ਪਰ ਅਸਲ 'ਚ ਮੈਨੂੰ ਸੁਣਾਉਣ ਲਈ ਇਹ ਕਹਿੰਦੀ ਹੋਈ ਬਾਹਰ ਨਿਕਲੀ, ਮੈਨੂੰ ਕੀ ਕਹਿੰਦੀ ਹੋ? ਕਹਿਣਾ ਹੈ ਤਾਂ ਖੁਦ ਉਹਨਾਂ ਨੂੰ ਕਹੋ। ਸਾਦਤ ਸਾਹਿਬ ਅੱਜ ਬਹੁਤ ਜਲਦੀ ਆ ਗਏ। ਮੈਂ ਵਜ੍ਹਾ ਦੱਸ ਦਿੱਤੀ ਕਿ ਸਟੂਡੀਓ 'ਚ ਕੋਈ ਕੰਮ ਨਹੀਂ ਸੀ, ਇਸ ਲਈ ਚਲਿਆ ਆਇਆ। ਫਿਰ ਆਪਣੀ ਪਤਨੀ ਨੂੰ ਪੁੱਛਿਆ, ਕੀ ਕਹਿਣਾ ਚਾਹੁੰਦੀਆਂ ਨੇ ਮੇਰੀਆਂ ਸਾਲੀਆਂ? ਇਹ ਕਹਿਣਾ ਚਾਹੁੰਦੀਆਂ ਕਿ ਨਰਗਸ ਆ ਰਹੀ ਹੈ। ਤਾਂ ਕੀ ਹੋਇਆ? ਆਈ ਕਿ ਉਹ ਪਹਿਲਾਂ ਕਦੇ ਨਹੀਂ ਆਈ? ਮੈਂ ਸਮਝਿਆ ਕਿ ਉਹ ਉਸ ਪਾਰਸੀ ਕੁੜੀ ਦੀ ਗੱਲ ਕਰ ਰਹੀ ਹੈ ਜਿਹਦੀ ਮਾਂ ਨੇ ਇੱਕ ਮੁਸਲਮਾਨ ਨਾਲ ਵਿਆਹ ਕਰ ਲਿਆ ਸੀ ਤੇ ਸਾਡੇ ਗੁਆਂਢ 'ਚ ਹੀ ਰਹਿੰਦੀ ਸੀ। ਪਰ ਮੇਰੀ ਪਤਨੀ ਨੇ ਕਿਹਾ, ਹਾਏ ਉਹ ਪਹਿਲਾਂ ਕਦੋਂ ਸਾਡੇ ਘਰ ਆਈ ਹੈ? ਤਾਂ ਕੀ ਉਹ ਕੋਈ ਹੋਰ ਨਰਗਿਸ ਹੈ? ਮੈਂ ਨਰਗਿਸ ਐਕਟਰੈਸ ਦੀ ਗੱਲ ਕਰ ਰਹੀ ਹਾਂ। ਮੈਂ ਹੈਰਾਨੀ ਨਾਲ ਪੁੱਛਿਆ, ਉਹ ਕੀ ਕਰਨ ਆ ਰਹੀ ਹੈ ਇੱਥੇ? ਮੇਰੀ ਪਤਨੀ ਨੇ ਮੈਨੂੰ ਸਾਰਾ ਕਿੱਸਾ ਸੁਣਾਇਆ। ਘਰ 'ਚ ਟੈਲੀਫੋਨ ਸੀ ਜਿਹਨੂੰ 3 ਭੈਣਾਂ ਫੁਰਸਤ ਦੇ ਵੇਲੇ 'ਚ ਬੜੇ ਖੁੱਲ੍ਹੇ ਦਿਲ ਨਾਲ ਇਸਤੇਮਾਲ ਕਰਦੀਆਂ ਸਨ ਤੇ ਜਦੋਂ ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰਦੀਆਂ ਥੱਕ ਜਾਂਦੀਆਂ ਤਾਂ ਕਿਸੇ ਐਕਟਰੈਸ ਦਾ ਨੰਬਰ ਘੁਮਾ ਦਿੰਦੀਆਂ। ਉਹ ਮਿਲ ਜਾਂਦੀ ਤਾਂ ਉਸ ਨਾਲ ਊਟ-ਪਟਾਂਗ ਗੱਲਬਾਤ ਸ਼ੁਰੂ ਹੋ ਜਾਂਦੀ। ਅਸੀਂ ਤੁਹਾਡੀਆਂ ਬਹੁਤ ਪ੍ਰਸ਼ੰਸਕਾਂ, ਅੱਜ ਹੀ ਦਿੱਲੀ ਤੋਂ ਆਈਆਂ, ਬੜੀ ਮੁਸ਼ਕਿਲ ਨਾਲ ਤੁਹਾਡਾ ਨੰਬਰ ਹਾਸਲ ਕੀਤਾ ਹੈ, ਤੁਹਾਡੇ ਨਾਲ ਮੁਲਾਕਾਤ ਕਰਨ ਲਈ ਤੜਪ ਰਹੀਆਂ, ਜ਼ਰੂਰ ਹਾਜ਼ਰ ਹੁੰਦੀਆਂ ਪਰ ਪਰਦੇ ਦੀ ਰੋਕ ਹੈ। ਤੁਸੀਂ ਬਹੁਤ ਹਸੀਨ ਹੋ, ਚੰਦੇ ਆਫਤਾਬ, ਚੰਦੇ ਮਹਤਾਬ, ਗਲਾ ਮਾਸ਼ਾ ਅੱਲਾ ਬਹੁਤ ਹੀ ਸੁਰੀਲਾ। ਹਾਲਾਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਉਸ 'ਚ ਅਮੀਰ ਬਾਈ ਬੋਲਦੀ ਹੈ ਜਾਂ ਸ਼ਮਸ਼ਾਦ। ਆਮ ਤੌਰ ਉੱਤੇ ਮਸ਼ਹੂਰ ਫਿਲਮ ਐਕਟਰਸਾਂ ਦੇ ਟੈਲੀਫੋਨ ਨੰਬਰ ਡਾਇਰੈਕਟਰੀ 'ਚ ਦਰਜ ਨਹੀਂ ਹੁੰਦੇ। ਉਹ ਖੁਦ ਨਹੀਂ ਕਰਾਉਂਦੀਆਂ ਕਿ ਉਹਨਾਂ ਦੇ ਚਾਹੁਣ ਵਾਲੇ ਬੇਕਾਰ ਤੰਗ ਨਾ ਕਰਨ। ਪਰ ਉਹਨਾਂ 3 ਭੈਣਾਂ ਨੇ ਮੇਰੇ ਦੋਸਤ ਖਾਲਿਸ਼ ਕਸ਼ਮੀਰੀ ਦੇ ਜ਼ਰੀਏ ਕਰੀਬ ਉਹਨਾਂ ਸਾਰੀਆਂ ਐਕਟਰਸਾਂ ਦੇ ਫ਼ੋਨ ਨੰਬਰ ਹਾਸਲ ਕਰ ਲਏ ਸਨ ਜੋ ਉਹਨਾਂ ਨੂੰ ਡਾਇਰੈਕਟਰੀ 'ਚ ਨਹੀਂ ਮਿਲੇ ਸਨ। ਉਸ ਟੈਲੀਫੋਨੀ ਸ਼ੁਗਲ ਦੇ ਦੌਰਾਨ ਜਦੋਂ ਉਹਨਾਂ ਨੇ ਨਰਗਿਸ ਨੂੰ ਬੁਲਾਇਆ ਤੇ ਉਸ ਨਾਲ ਗੱਲਬਾਤ ਕੀਤੀ ਤਾਂ ਬਹੁਤ ਪਸੰਦ ਆ ਗਈ। ਇਸ ਗੱਲਬਾਤ ਵਿੱਚ ਉਹਨਾਂ ਨੂੰ ਆਪਣੀ ਉਮਰ ਦੀ ਆਵਾਜ਼ ਸੁਣਾਈ ਦਿੱਤੀ, ਇਸ ਲਈ ਕੁਝ ਗੱਲਾਂ ਬਾਤਾਂ 'ਚ ਉਸ ਨਾਲ ਬੇਸੰਕੋਚ ਹੋ ਗਈਆਂ ਪਰ ਆਪਣੀ ਅਸਲੀਅਤ ਛੁਪਾਈ ਰੱਖੀ। ਇੱਕ ਕਹਿੰਦੀ ਮੈਂ ਅਫਰੀਕਾ ਦੀ ਰਹਿਣ ਵਾਲੀ ਹਾਂ, ਉਹੀ ਦੂਜੀ ਵਾਰ ਇਹ ਦੱਸਦੀ ਕਿ ਲਖਨਊ ਤੋਂ ਆਪਣੀ ਖਾਲਾ ਦੇ ਕੋਲ ਆਈ ਹਾਂ ਤੇ ਦੂਜੀ ਇਹ ਸਾਫ਼ ਕਰਦੀ ਕਿ ਰਾਵਲਪਿੰਡੀ ਦੀ ਰਹਿਣ ਵਾਲੀ ਹੈ ਤੇ ਸਿਰਫ ਇਸ ਲਈ ਬੰਬੇ ਆਈ ਹੈ ਕਿ ਉਹਨੂੰ ਨਰਗਿਸ ਨੂੰ ਇੱਕ ਵਾਰ ਵੇਖਣਾ ਹੈ। ਤੀਜੀ ਯਾਨੀ ਮੇਰੀ ਪਤਨੀ ਕਦੇ ਗੁਜਰਾਤਨ ਬਣ ਜਾਂਦੀ ਤੇ ਕਦੇ ਪਾਰਸਨ। ਟੈਲੀਫੋਨ ਉੱਤੇ ਕਈ ਵਾਰ ਨਰਗਿਸ ਨੇ ਝੁੰਝਲਾ ਕੇ ਪੁੱਛਿਆ ਕਿ ਤੁਸੀਂ ਲੋਕ ਅਸਲ 'ਚ ਕੌਣ ਹੋ? ਕਿਉਂ ਆਪਣਾ ਨਾਮ ਪਤਾ ਲੁਕਾਉਂਦੀਆਂ ਹੋ? ਸਾਫ਼-ਸਾਫ਼ ਕਿਉਂ ਨਹੀਂ ਦੱਸਦੀਆਂ ਕਿ ਰੋਜ਼-ਰੋਜ਼ ਦੀ ਟਨ ਖਤਮ ਹੋਵੇ? ਜ਼ਾਹਿਰ ਹੈ ਕਿ ਨਰਗਿਸ ਉਹਨਾਂ ਤੋਂ ਪ੍ਰਭਾਵਿਤ ਸੀ। ਉਹਨੂੰ ਯਕੀਨਨ ਆਪਣੇ ਸੈਂਕੜਿਆਂ ਪ੍ਰਸ਼ੰਸਕਾਂ ਦੇ ਫੋਨ ਆਉਂਦੇ ਹੋਣਗੇ ਪਰ ਇਹ 3 ਕੁੜੀਆਂ ਉਹਨਾਂ ਤੋਂ ਕੁਝ ਵੱਖਰੀਆਂ ਸਨ। ਇਸ ਲਈ ਉਹ ਸਖਤ ਬੇਚੈਨ ਸੀ ਕਿ ਉਹਨਾਂ ਦੀ ਅਸਲੀਅਤ ਜਾਣੇ ਤੇ ਉਹਨਾਂ ਨੂੰ ਮਿਲੇ-ਜੁਲੇ। ਸੋ ਜਦੋਂ ਵੀ ਉਹਨੂੰ ਲੱਗਦਾ ਕਿ ਉਹਨਾਂ ਰਹੱਸਮਈ ਕੁੜੀਆਂ ਨੇ ਉਹਨੂੰ ਬੁਲਾਇਆ ਤਾਂ ਉਹ 100 ਕੰਮ ਛੱਡ ਕੇ ਆਉਂਦੀ, ਬਹੁਤ ਦੇਰ ਤੱਕ ਟੈਲੀਫੋਨ ਦੇ ਨਾਲ ਚਿਪਕੀ ਰਹਿੰਦੀ। ਇੱਕ ਦਿਨ ਨਰਗਿਸ ਦੀ ਲਗਾਤਾਰ ਜ਼ਿੱਦ ਕਾਰਨ ਆਖਰ ਤੈਅ ਹੋ ਹੀ ਗਿਆ ਕਿ ਉਹਨਾਂ ਦੀ ਮੁਲਾਕਾਤ ਹੋ ਕੇ ਰਹੇਗੀ। ਮੇਰੀ ਪਤਨੀ ਨੇ ਆਪਣੇ ਘਰ ਦਾ ਪਤਾ ਚੰਗੀ ਤਰ੍ਹਾਂ ਸਮਝਾ ਦਿੱਤਾ ਤੇ ਕਿਹਾ ਕਿ ਜੇਕਰ ਫਿਰ ਵੀ ਮਕਾਨ ਲੱਭਣ 'ਚ ਮੁਸ਼ਕਿਲ ਹੋਵੇ ਤਾਂ ਬਾਈ ਕੱਲਾ ਦੇ ਪੁਲ ਕੋਲ ਕਿਸੇ ਹੋਟਲ ਤੋਂ ਟੈਲੀਫੋਨ ਕਰ ਦਿੱਤਾ ਜਾਏ, ਉਹ ਸਭ ਉੱਥੇ ਪਹੁੰਚ ਜਾਣਗੀਆਂ। ਜਦੋਂ ਮੈਂ ਘਰ 'ਚ ਦਾਖਲ ਹੋਇਆ, ਬਾਈ ਕੱਲਾ ਪੁਲ ਦੇ ਇੱਕ ਸਟੋਰ ਤੋਂ ਨਰਗਿਸ ਨੇ ਫੋਨ ਕੀਤਾ ਸੀ ਕਿ ਉਹ ਪਹੁੰਚ ਚੁੱਕੀ ਹੈ ਪਰ ਮਕਾਨ ਨਹੀਂ ਮਿਲ ਰਿਹਾ। ਇਸ ਲਈ 3 ਹਫੜਾ ਦਫੜੀ ਦੇ ਆਲਮ 'ਚ ਤਿਆਰ ਹੋ ਰਹੀਆਂ ਸਨ ਕਿ ਮੈਂ ਅਚਾਨਕ ਆਈ ਮੁਸੀਬਤ ਵਾਂਗ ਪਹੁੰਚ ਗਿਆ। ਛੋਟੀਆਂ ਦੋਵਾਂ ਦਾ ਖਿਆਲ ਸੀ ਕਿ ਮੈਂ ਨਾਰਾਜ਼ ਹੋਵਾਂਗਾ। ਵੱਡੀ ਯਾਨੀ ਮੇਰੀ ਪਤਨੀ ਮਹਿਜ਼ ਬੌਖਲਾਈ ਹੋਈ ਸੀ ਕਿ ਇਹ ਸਭ ਕੀ ਹੋਇਆ। ਮੈਂ ਨਾਰਾਜ਼ ਹੋਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਇਸ ਲਈ ਕੋਈ ਢੁਕਵਾਂ ਕਾਰਨ ਨਹੀਂ ਮਿਲਿਆ। ਸਾਰਾ ਕਿੱਸਾ ਕਾਫੀ ਦਿਲਚਸਪ ਤੇ ਬੇਹੱਦ ਮਾਸੂਮ ਸੀ। ਜੇਕਰ ਕੰਨ ਮਚੌਲੀ ਦੀ ਇਹ ਹਰਕਤ ਸਿਰਫ ਮੇਰੀ ਪਤਨੀ ਤੋਂ ਹੋਈ ਹੁੰਦੀ ਤਾਂ ਬਿਲਕੁਲ ਵੱਖਰੀ ਗੱਲ ਸੀ।
ਇੱਕ ਸਾਲੀ ਅੱਧੀ ਘਰ ਵਾਲੀ ਹੁੰਦੀ ਹੈ, ਇੱਥੇ 2 ਸਾਲੀਆਂ ਸੀ, ਪੂਰਾ ਘਰ ਹੀ ਉਹਨਾਂ ਦਾ ਸੀ। ਤੇ ਮੈਂ ਜਦੋਂ ਉੱਠਿਆ ਤਾਂ ਦੂਜੇ ਕਮਰੇ 'ਚ ਖੁਸ਼ ਹੋਣ ਤੇ ਤਾਲੀਆਂ ਵਜਾਉਣ ਦੀਆਂ ਆਵਾਜ਼ਾਂ ਬੁਲੰਦ ਹੋਈਆਂ। ਬਾਈ ਕੁੱਲਾ ਦੇ ਚੌਂਕ ਵਿੱਚ ਜੱਦਨ ਬਾਈ ਦੀ ਲੰਮੀ ਚੌੜੀ ਮੋਟਰ ਖੜੀ ਸੀ। ਮੈਂ ਸਲਾਮ ਕੀਤਾ ਤਾਂ ਉਹਨੇ ਹਮੇਸ਼ਾ ਵਾਂਗ ਬੜੀ ਬੁਲੰਦ ਆਵਾਜ਼ 'ਚ ਇਹਦਾ ਜਵਾਬ ਦਿੱਤਾ ਤੇ ਪੁੱਛਿਆ, ਕਹੋ ਮੰਟੋ, ਕਿਵੇਂ ਹੋ? ਮੈਂ ਕਿਹਾ, ਅੱਲਾ ਦਾ ਸ਼ੁਕਰ ਹੈ। ਕਹੋ ਤੁਸੀਂ ਇੱਥੇ ਕੀ ਕਰ ਰਹੇ ਹੋ? ਜੱਦਨ ਬਾਈ ਨੇ ਪਿਛਲੀ ਸੀਟ ਤੇ ਬੈਠੀ ਨਰਗਿਸ ਵੱਲ ਵੇਖਿਆ। ਕੁਛ ਨਹੀਂ, ਬੇਬੀ ਨੂੰ ਆਪਣੀਆਂ ਸਹੇਲੀਆਂ ਨਾਲ ਮਿਲਣਾ ਸੀ, ਪਰ ਉਹਨਾਂ ਦਾ ਮਕਾਨ ਨਹੀਂ ਮਿਲ ਰਿਹਾ। ਮੈਂ ਮੁਸਕਰਾ ਕਰ ਕਿਹਾ, ਚਲੋ ਮੈਂ ਤੁਹਾਨੂੰ ਲੈ ਚੱਲਾਂ। ਨਰਗਿਸ ਇਹ ਸੁਣ ਕੇ ਖਿੜਕੀ ਦੇ ਕੋਲ ਆ ਗਈ। ਤੁਹਾਨੂੰ ਉਹਨਾਂ ਦਾ ਮਕਾਨ ਪਤਾ ਹੈ? ਮੈਂ ਹੋਰ ਜ਼ਿਆਦਾ ਮੁਸਕਰਾ ਕੇ ਕਿਹਾ, ਕਿਉਂ ਨਹੀਂ, ਆਪਣਾ ਮਕਾਨ ਕੌਣ ਭੁੱਲ ਸਕਦਾ? ਜੱਦਨ ਬਾਈ ਦੇ ਸੰਗ ਨੇ ਅਜੀਬ ਜਿਹੀ ਆਵਾਜ਼ ਕੱਢੀ। ਪਾਨ ਦੇ ਬੀੜੇ ਨੂੰ ਦੂਜੇ ਕੱਲੇ 'ਚ ਤਬਦੀਲ ਕਰਦੇ ਹੋਏ ਕਿਹਾ, ਇਹ ਤੁਸੀਂ ਕੀ ਕਹਾਣੀਆਂ ਪਾ ਰਹੇ ਹੋ? ਮੈਂ ਦਰਵਾਜ਼ਾ ਖੋਲ੍ਹ ਕੇ ਜੱਦਨ ਬਾਈ ਦੇ ਕੋਲ ਬੈਠ ਗਿਆ। ਬੀਬੀ, ਇਹ ਅਫਸਾਨਾ ਨਿਗਾਰੀ ਮੇਰੀ ਨਹੀਂ ਹੈ, ਮੇਰੀ ਪਤਨੀ ਤੇ ਉਹਦੀਆਂ ਭੈਣਾਂ ਦੀ ਹੈ। ਇਸ ਤੋਂ ਬਾਅਦ ਮੈਂ ਸੰਖੇਪ 'ਚ ਸਾਰੀਆਂ ਘਟਨਾਵਾਂ ਬਿਆਨ ਕਰ ਦਿੱਤੀਆਂ। ਨਰਗਿਸ ਬੜੀ ਦਿਲਚਸਪੀ ਨਾਲ ਸੁਣਦੀ ਰਹੀ। ਜੱਦਨ ਬਾਈ ਨੂੰ ਬਹੁਤ ਪਰੇਸ਼ਾਨੀ ਹੋਈ। ਲਾਹੌਲ ਵਲਾ, ਇਹ ਕਿਵੇਂ ਦੀਆਂ ਕੁੜੀਆਂ ਹਨ? ਪਹਿਲੇ ਹੀ ਦਿਨ ਕਹਿ ਦਿੱਤਾ ਹੁੰਦਾ ਸੀ ਮੰਟੋ ਦੇ ਘਰ ਤੋਂ ਬੋਲ ਰਹੀ ਹਾਂ। ਖੁਦਾ ਦੀ ਕਸਮ, ਮੈਂ ਫੌਰਨ ਬੇਬੀ ਨੂੰ ਭੇਜ ਦਿੰਦੀ। ਬਈ ਹੱਦ ਹੋ ਗਈ, ਇੰਨੇ ਦਿਨ ਤੰਗ ਪਰੇਸ਼ਾਨ ਕੀਤਾ। ਖੁਦਾ ਦੀ ਕਸਮ, ਵਿਚਾਰੀ ਬੇਬੀ ਨੂੰ ਇੰਨੀ ਉਲਝਣ ਹੁੰਦੀ ਸੀ ਕਿ ਮੈਂ ਤੁਹਾਨੂੰ ਕੀ ਕਹਾਂ। ਜਦੋਂ ਟੈਲੀਫੋਨ ਆਉਂਦਾ ਭੱਜੀ ਭੱਜੀ ਜਾਂਦੀ ਤੇ ਮੈਂ 1000 ਪੁੱਛਦੀ, ਇਹ ਕੌਣ ਹੈ ਜਿਹਦੇ ਨਾਲ ਇੰਨੀ ਦੇਰ ਮਿੱਠੀਆਂ ਮਿੱਠੀਆਂ ਗੱਲਾਂ ਹੁੰਦੀਆਂ ਹਨ? ਤੇ ਮੈਨੂੰ ਕਹਿੰਦੀ, ਕੋਈ ਹਨ, ਜਾਣਦੀ ਨਹੀਂ ਕੌਣ ਹਨ, ਪਰ ਹੈਨ ਬੜੀਆਂ ਚੰਗੀਆਂ। 2-1 ਵਾਰ ਮੈਂ ਵੀ ਟੈਲੀਫੋਨ ਚੁੱਕਿਆ। ਗੱਲਬਾਤ ਮਾਸ਼ਾ ਅੱਲਾ ਬੜੀ ਸੱਭਿਅਕ ਸੀ, ਕਿਸੇ ਚੰਗੇ ਘਰ ਦੀਆਂ ਲੱਗਦੀਆਂ ਸਨ, ਪਰ ਮਾਫ਼ ਕਰਨਾ, ਕੰਬਖਤ ਆਪਣਾ ਨਾਮ ਪਤਾ ਸਾਫ਼ ਦੱਸਦੀਆਂ ਹੀ ਨਹੀਂ ਸਨ। ਅੱਜ ਬੇਬੀ ਆਈ, ਖੁਸ਼ੀ ਨਾਲ ਝੱਲੀ ਹੋ ਰਹੀ ਸੀ। ਕਹਿਣ ਲੱਗੀ, ਬੀਬੀ ਉਹਨਾਂ ਨੇ ਬੁਲਾਇਆ ਹੈ, ਆਪਣਾ ਪਤਾ ਦੇ ਦਿੱਤਾ ਹੈ। ਮੈਂ ਕਿਹਾ, ਪਾਗਲ ਹੋ ਗਈ? ਹਟੋ, ਪਤਾ ਨਹੀਂ ਕੌਣ ਹਨ ਕੌਣ ਨਹੀਂ, ਪਰ ਇਹਨੇ ਮੇਰੀ ਇੱਕ ਨਾ ਮੰਨੀ, ਬਸ ਪਿੱਛੇ ਪੈ ਗਈ, ਸੋ ਮੈਨੂੰ ਨਾਲ ਆਉਣਾ ਪਿਆ। ਖੁਦਾ ਦੀ ਕਸਮ, ਜੇ ਪਤਾ ਹੁੰਦਾ ਕਿ ਆਫਤਾਂ ਤੁਹਾਡੇ ਘਰ ਦੀਆਂ ਹਨ। ਮੈਂ ਗੱਲ ਕੱਟ ਕੇ ਕਿਹਾ, ਤਾਂ ਤੁਸੀਂ ਨਾਲ ਉਤਾਰਾ ਨਾ ਕਰਦੇ। ਜੱਦਨ ਬਾਈ ਦੇ ਜਬਾੜੇ 'ਚ ਦੱਬੇ ਹੋਏ ਪਾਨ 'ਚ ਚੌੜੀ ਮੁਸਕਰਾਹਟ ਪੈਦਾ ਹੋਈ। ਇਹਦੀ ਜ਼ਰੂਰਤ ਹੀ ਕੀ ਸੀ? ਮੈਂ ਕੀ ਤੁਹਾਨੂੰ ਜਾਣਦੀ ਨਹੀਂ? ਮਰਹੂਮਾ ਨੂੰ ਉਰਦੂ ਅਦਬ ਨਾਲ ਬਹੁਤ ਲਗਾਅ ਸੀ। ਮੇਰੀਆਂ ਲਿਖਤਾਂ ਬੜੇ ਸ਼ੌਕ ਨਾਲ ਪੜ੍ਹਦੀ ਤੇ ਪਸੰਦ ਕਰਦੀ ਸੀ। ਉਨੀ ਦਿਨੀ ਮੇਰਾ ਇੱਕ ਮਜ਼ਮੂਨ ਸਾਕੀ ਵਿੱਚ ਛਪਿਆ ਸੀ, ਸ਼ਾਇਦ ਤਰੱਕੀ ਪਸੰਦ ਕਬਰਿਸਤਾਨ। ਪਤਾ ਨਹੀਂ ਕਿ ਉਹਦਾ ਦਿਮਾਗ ਕਿਉਂ ਇਸ ਪਾਸੇ ਚਲਾ ਗਿਆ। ਖੁਦਾ ਦੀ ਕਸਮ ਮੰਟੋ, ਬਹੁਤ ਖੂਬ ਲਿਖਦੇ ਹੋ। ਜ਼ਾਲਿਮ, ਕੀ ਤੰਜ਼ ਕੀਤਾ ਇਸ ਲੇਖ 'ਚ। ਕਿਉਂ ਬੇਬੀ, ਉਸ ਦਿਨ ਕੀ ਹਾਲ ਹੋਇਆ ਸੀ ਮੇਰਾ ਇਹ ਲੇਖ ਪੜ੍ਹ ਕੇ? ਪਰ ਨਰਗਿਸ ਆਪਣੀਆਂ ਅਣਡਿੱਠੀਆਂ ਸਹੇਲੀਆਂ ਦੇ ਬਾਰੇ ਸੋਚ ਰਹੀ ਸੀ। ਬੇਚੈਨੀ ਭਰੇ ਲਹਿਜੇ 'ਚ ਉਹਨੇ ਮਾਂ ਨੂੰ ਕਿਹਾ, ਚਲੋ ਬੀਬੀ। ਜੱਦਨ ਬਾਈ ਮੈਨੂੰ ਸੰਬੋਧਿਤ ਹੋਈ, ਚਲੋ ਭਾਈ। ਘਰ ਕੋਲ ਹੀ ਸੀ, ਮੋਟਰ ਸਟਾਰਟ ਹੋਈ, ਅਸੀਂ ਪਹੁੰਚ ਗਏ। ਉੱਤੇ ਬਾਲਕਨੀ ਤੋਂ ਤਿੰਨੇ ਭੈਣਾਂ ਨੇ ਸਾਨੂੰ ਵੇਖਿਆ। ਛੋਟੀਆਂ ਦੋਵਾਂ ਦਾ ਖੁਸ਼ੀ ਦੇ ਮਾਰੇ ਭੈੜਾ ਹਾਲ ਹੋ ਰਿਹਾ ਸੀ। ਰੱਬ ਜਾਣੇ ਆਪਸ ਵਿੱਚ ਕੀ ਘੁਸਰ ਮੁਸਰ ਕਰ ਰਹੀਆਂ ਸਨ। ਤੇ ਜਦੋਂ ਅਸੀਂ ਉੱਤੇ ਪਹੁੰਚੇ ਤਾਂ ਅਜੀਬੋ ਗਰੀਬ ਤਰੀਕੇ ਨਾਲ ਸਭ ਦੀ ਮੁਲਾਕਾਤ ਹੋਈ। ਨਰਗਿਸ ਆਪਣੀ ਹਮ ਉਮਰ ਕੁੜੀਆਂ ਦੇ ਨਾਲ ਦੂਜੇ ਕਮਰੇ 'ਚ ਚਲੀ ਗਈ ਤੇ ਮੈਂ, ਮੇਰੀ ਪਤਨੀ ਤੇ ਜੱਦਨ ਬਾਈ ਉੱਥੇ ਹੀ ਬੈਠ ਗਏ। ਬਹੁਤ ਦੇਰ ਤੱਕ ਵੱਖੋ ਵੱਖ ਕੋਣਾਂ ਤੋਂ ਕੰਨ ਮਚੌਲੀ ਦੇ ਸਿਲਸਿਲੇ 'ਤੇ ਤਬਸਰਾ ਕੀਤਾ ਗਿਆ। ਮੇਰੀ ਪਤਨੀ ਦੀ ਬਦਹਵਾਸੀ ਜਦੋਂ ਕੁਝ ਘੱਟ ਹੋਈ ਤਾਂ ਉਹਨੇ ਮੇਜ਼ਬਾਨ ਦੇ ਫਰਜ਼ ਨਿਭਾਉਣੇ ਸ਼ੁਰੂ ਕਰ ਦਿੱਤੇ। ਮੈਂ ਤੇ ਜੱਦਨ ਬਾਈ ਫਿਲਮ ਇੰਡਸਟਰੀ ਦੇ ਹਾਲਾਤ ਉੱਤੇ ਖਿਆਲਾਂ ਦਾ ਵਿਚਾਰ ਵਟਾਂਦਰਾ ਕਰਦੇ ਰਹੇ। ਪਾਨ ਖਾਣ ਦੇ ਮਾਮਲੇ 'ਚ ਬੜੀ ਰਸੀਆ ਸੀ। ਹਰ ਵੇਲੇ ਆਪਣਾ ਪਾਨਦਾਨ ਨਾਲ ਰੱਖਦੀ ਸੀ। ਬੜੀ ਦੇਰ ਬਾਅਦ ਮੌਕਾ ਮਿਲਿਆ ਸੀ, ਇਸ ਲਈ ਮੈਂ ਉਸ ਉੱਤੇ ਖੂਬ ਹੱਥ ਸਾਫ਼ ਕੀਤਾ। ਨਰਗਿਸ ਨੂੰ ਮੈਂ ਇੱਕ ਮੁੱਦਤ ਤੋਂ ਬਾਅਦ ਵੇਖਿਆ ਸੀ। 10-11 ਸਾਲ ਦੀ ਬੱਚੀ ਸੀ ਜਦੋਂ ਮੈਂ 1-2 ਵਾਰ ਫਿਲਮਾਂ ਦੀ ਪਹਿਲੇ ਪ੍ਰਦਰਸ਼ਨ 'ਚ ਉਹਨੂੰ ਆਪਣੀ ਮਾਂ ਦੀ ਉਂਗਲ ਦੇ ਨਾਲ ਚਿਮੜੀ ਵੇਖਿਆ ਸੀ। ਚੁੰਧਿਆਈਆਂ ਅੱਖਾਂ, ਬੇਕਸ਼ਿਸ਼ ਜਿਹਾ ਲੰਬੂਤਰਾ ਚਿਹਰਾ, ਸੁੱਕੀਆਂ ਸੁੱਕੀਆਂ ਲੱਤਾਂ। ਅਜਿਹਾ ਲੱਗਦਾ ਸੀ ਸੌਂ ਕੇ ਉੱਠੀ ਹੈ ਜਾਂ ਸੌਣ ਵਾਲੀ ਹੈ। ਪਰ ਹੁਣ ਉਹ ਇੱਕ ਜਵਾਨ ਕੁੜੀ ਸੀ। ਉਮਰ ਨੇ ਉਹਦੀਆਂ ਖਾਲੀ ਥਾਵਾਂ ਭਰ ਦਿੱਤੀਆਂ ਸਨ, ਪਰ ਅੱਖਾਂ ਉਵੇਂ ਦੀਆਂ ਉਵੇਂ ਸਨ, ਛੋਟੀਆਂ ਤੇ ਸੁਪਨੇ ਭਰੀਆਂ, ਬਿਮਾਰ ਬਿਮਾਰ। ਮੈਂ ਸੋਚਿਆ, ਇਸ ਰਿਆਇਤ ਨਾਲ ਉਹਦਾ ਨਾਮ ਨਰਗਿਸ ਢੁਕਵਾਂ ਤੇ ਮੁਨਾਸਿਬ ਹੈ। ਸੁਭਾਅ 'ਚ ਨਿਹਾਇਤ ਹੀ ਮਾਸੂਮ ਖਿਲੰਦੜਾਪਨ ਸੀ। ਬਾਰ-ਬਾਰ ਆਪਣੀ ਨੱਕ ਘਰੋੜਦੀ ਸੀ, ਜਿਵੇਂ ਜਨਮ ਤੋਂ ਜ਼ੁਕਾਮ ਦੀ ਸ਼ਿਕਾਰ ਹੈ। ਬਰਸਾਤ ਵਿੱਚ ਉਹਨੂੰ ਅਦਾ ਦੇ ਤੌਰ 'ਤੇ ਪੇਸ਼ ਕੀਤਾ ਗਿਆ, ਪਰ ਉਹਦੇ ਉਦਾਸ ਚਿਹਰੇ ਤੋਂ ਸਾਫ਼ ਸਪਸ਼ਟ ਸੀ ਕਿ ਉਹ ਆਪਣੇ ਅੰਦਰ ਕਿਰਦਾਰ ਨਿਗਾਰੀ ਦਾ ਜੌਹਰ ਰੱਖਦੀ ਹੈ।
ਬੁੱਲ੍ਹਾਂ ਨੂੰ ਕਿਸ ਤਰ੍ਹਾਂ ਮੀਟ ਕੇ ਗੱਲ ਕਰਨ ਤੇ ਮੁਸਕਰਾਉਣ 'ਚ ਦੇਖਣ ਨੂੰ ਲੱਗਦਾ ਹੈ ਕਿ ਇੱਕ ਬਣਾਵਟ ਸੀ, ਪਰ ਸਾਫ਼ ਪਤਾ ਸੀ ਕਿ ਇਹ ਬਣਾਵਟ ਸ਼ਿੰਗਾਰ ਦਾ ਰੂਪ ਧਾਰਨ ਕਰਕੇ ਰਹੇਗੀ। ਆਖਰ ਕਿਰਦਾਰ ਨਿਭਾਉਣ ਦੀਆਂ ਬੁਨਿਆਦਾਂ ਬਣਾਵਟ ਉੱਤੇ ਹੀ ਮਜ਼ਬੂਤ ਹੁੰਦੀਆਂ ਹਨ। ਧੰਨਵਾਦ। ਚੱਲਦਾ।